साध संगत जी, वाहिगुरु जी का खालसा, वाहिगुरु जी की फतेह। जय गुरुदेव, धन गुरुदेव। हर सो हर सो हीरा छाड़ के, हर सो हीरा छाड़ के कर आन की आस। तह नर जोजक जाएंगे, सत पाखे रविदास। तह नर दोजक जाएंगे, सत पाखे रविदास। साध संगत जी, दास ने जो वीडियो द्वारा जो सेवावां आरंभ कीतियां ਹਨ, ਉਹਨਾਂ ਦੀ ਲੜੀ ਪੰਜਵੀਂ ਪੂਰੀ ਹੋ ਗਈ ਹੈ ਤੇ ਅੱਜ ਛੇਵੀਂ ਲੜੀ ਜੋ ਹੈ, ਛੇਵੀਂ ਕਥਾ ਜੋ ਹੈ, ਆਪ ਜੀ ਦੇ ਚਰਨਾਂ ਦੇ ਵਿੱਚ ਰੱਖਣ ਜਾ ਰਿਹਾ ਹਾਂ। ਸਾਧ ਸੰਗਤ ਜੀ, ਅੱਜ ਦੀ ਜੋ ਕਥਾ ਹੈ, ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਥਾਏ ਹੈ। ਸਤਿਗੁਰੂ ਰਵਿਦਾਸ ਸਾਹਿਬ ਜੀ ਦਾ ਅਵਤਾਰ ਜੋ ਜਿਸ ਟਾਈਮ ਤੇ ਹੋਇਆ ਹੈ, ਉਹ ਟਾਈਮ ਬਹੁਤ ਹੀ ਜ਼ਿਆਦਾ ਕਠਿਨ ਟਾਈਮ ਸੀ। ਇੰਨਾ ਕਠਿਨ ਕਿ ਮੁਗਲਾਂ ਦਾ ਰਾਜ, ਜਿਹੜੇ ਕਿ ਆਖਦੇ ਸਨ ਅਸੀਂ ਹਿੰਦੁਸਤਾਨ ਨੂੰ ਜੋ ਹੈ ਅਸੀਂ ਇੱਕ ਇਸਲਾਮਿਕ ਦੇਸ਼ ਬਣਾਉਣਾ ਹੈ। ਔਰੰਗਜ਼ੇਬ ਜੋ ਹਰ ਰੋਜ਼ ਹਜ਼ਾਰਾਂ ਹੀ ਕਤਲ ਕਰਦਾ ਸੀ ਅਤੇ ਹਜ਼ਾਰਾਂ ਹੀ ਜੋ ਲੋਕ ਸਨ ਉਹਨਾਂ ਨੂੰ ਮੁਸਲਮਾਨ ਬਣਾਉਂਦਾ ਸੀ, ਉਹ ਵੀ ਜ਼ਬਰਦਸਤ। ਮੁਸਲਮਾਨ ਬਣਾਉਣ ਦੇ ਵਿੱਚ ਬਾਬਾ ਫਰੀਦ ਜੀ ਆਪਣੀ ਬਹੁਤ ਹੀ ਪਿਆਰੀ ਭਾਸ਼ਾ ਦੇ ਨਾਲ ਉਹ ਔਰੰਗਜ਼ੇਬ ਤੋਂ ਵੱਧ ਮੁਸਲਮਾਨ ਬਣਾ ਦਿੰਦੇ ਸਨ। ਉਹਨਾਂ ਦੇ ਮੁਖਾਬਤ ਤੋਂ ਜੋ ਵੀ ਲਫ਼ਜ਼ ਨਿਕਲਦੇ ਸਨ, ਸੁਣਨ ਵਾਲੇ ਪ੍ਰੇਮੀ ਜੋ ਸਨ, ਉਸ ਦੇ ਨਾਲ ਇੰਨਾ ਮੋਹ ਪੈ ਜਾਂਦਾ ਸੀ ਕਿ ਮੁਸਲਮਾਨ ਬਣ ਜਾਂਦੇ ਸਨ। ਪਰ ਔਰੰਗਜ਼ੇਬ ਦੀ ਤਲਵਾਰ ਇੰਨੇ ਮੁਸਲਮਾਨ ਨਹੀਂ ਬਣਾ ਸਕੀ। ਉਸ ਮੌਕੇ ਕਿਸੇ ਨੂੰ ਵੀ ਕੋਈ ਪ੍ਰਚਾਰ ਕਰਨ ਦੀ ਆਗਿਆ ਨਹੀਂ ਸੀ, ਆਪਣੀ ਭਾਸ਼ਾ ਕੋਈ ਨਹੀਂ ਸੀ ਬਦਲ ਸਕਦਾ। ਉਸ ਮੌਕੇ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜੋ ਪੰਜਾਬੀ ਗੁਰਮੁਖੀ ਜਿਸ ਨੂੰ ਕਹਿ ਲਓ, ਉਹ ਭਾਸ਼ਾ ਵੀ ਅੱਖਰ ਬਣਾਏ ਅਤੇ ਬਾਣੀ ਜੋ ਹੈ ਉਹਨਾਂ ਸਮਿਆਂ ਦੇ ਵਿੱਚ ਉਸ ਭਾਸ਼ਾ ਦੇ ਵਿੱਚ ਲਿਖੀ ਹੈ। ਸਤਿਗੁਰੂ ਜੀ ਹਿੰਦੁਸਤਾਨ ਦੇ ਹੀ ਨਹੀਂ, ਦੁਨੀਆ ਦੇ ਦੁਖੀ ਲੋਕਾਂ ਦੇ ਗੁਰੂ ਸਨ। ਜੋ ਵੀ ਸ਼ਰਨ ਆਉਂਦਾ ਉਸ ਨੂੰ ਖੁੱਲੇ ਆਸ਼ੀਰਵਾਦ ਤੇ ਸੁੱਖਾਂ ਦੀਆਂ ਜੋ ਗਠੜੀਆਂ ਸਨ ਪ੍ਰਾਪਤ ਹੁੰਦੀਆਂ ਸਨ। ਇੱਕ ਤਾਂ ਮੁਗਲਾਂ ਦਾ ਰਾਜ, ਦੂਜਾ ਜਾਤ ਪਾਤ ਜੋ ਬਹੁਤ ਜ਼ਿਆਦਾ ਹਿੰਦੂ ਰਾਜੇ ਸਨ,
ਮੁਗਲਾਂ ਦੇ ਬਣਾਏ ਹੋਏ ਹੀ ਰਾਜੇ ਸਨ। ਜਿਹੜੇ ਉਹਨਾਂ ਨਾਲ ਮਿਲ ਕੇ ਕੰਮ ਕਰਦੇ ਸਨ ਉਹ ਰਾਜੇ ਸਨ। ਔਰ ਉਹਨਾਂ ਦੀ ਜਿਹੜੀ ਸੋਚ ਸੀ, ਉਹ ਸੋਚ ਉਹਨਾਂ ਦੀ ਜਾਤ ਪ੍ਰਤੀ ਇੰਨੀ ਮੰਦੀ ਸੀ ਕਿ ਜੋ ਉਹਨਾਂ ਨੇ ਲੋਕਾਂ ਨੂੰ ਸ਼ੋਅ ਕੀਤਾ ਸੀ ਕਿ ਛੋਟੀਆਂ ਜਾਤਾਂ ਹਨ, ਜਿਨ੍ਹਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰਨ ਵਾਸਤੇ ਵੀ ਆ ਗਏ। ਉਹ ਛੋਟੀਆਂ ਜਾਤਾਂ ਦੇ ਪ੍ਰਤੀ ਇਤਨੀ ਘਿਰਣਾ ਸੀ ਕਿ ਉਸ ਨੂੰ ਬਿਆਨ ਕਰਨਾ ਬਹੁਤ ਕਠਿਨ ਸੀ। ਪਸ਼ੂਆਂ ਨਾਲੋਂ ਵੀ ਦੁਰਵਿਹਾਰ ਕੀਤਾ ਜਾਂਦਾ ਸੀ। ਉਹਨਾਂ ਦੇ ਨਾਲ ਕੋਈ ਸਾਂਝਾਂ ਨਹੀਂ ਪਾਈਆਂ ਜਾ ਸਕਦੀਆਂ ਸਨ। ਐਸੇ ਸਮੇਂ, ਕਠਿਨ ਸਮੇਂ, ਸਤਿਗੁਰੂ ਨੇ ਅਵਤਾਰ ਧਾਰਿਆ। ਅੱਜ ਦੀ ਜੋ ਕਥਾ ਹੈ, ਇਹ ਉਹਨਾਂ ਦੇ ਇੱਕ ਦੋਸਤ ਪ੍ਰੇਮ, ਜਿਸ ਦਾ ਨਾਮ ਸੀ, ਉਸਦੇ ਪਰਥਾਏ ਹੈ, ਜੋ ਬਚਪਨ ਦਾ ਮਿੱਤਰ ਸੀ। ਸਾਧ ਸੰਗਤ ਜੀ, ਕਈ ਵਾਰੀ ਇਤਿਹਾਸ ਵਿੱਚ ਇੱਕ ਬੰਦੇ ਦੇ ਕਈ ਨਾਮ ਦਿੱਤੇ ਜਾਂਦੇ ਹਨ। ਹੋ ਸਕਦਾ ਹੈ ਕਿਤੇ ਨਾ ਕਿਤੇ ਇਹ ਪ੍ਰੇਮ ਦਾ ਨਾਮ ਹੋਰ ਵੀ ਹੈ, ਪਰ ਮੇਰੀ ਪੁਸਤਕ ਜੋ ਸਤਿਗੁਰੂ ਨੇ ਮੇਰੇ ਤੋਂ ਸੇਵਾ ਕਰਾਈ ਹੈ, ਐਸੀ ਲਾਲ ਤੁਝਵਨ ਕੌਣ ਕਰੇ, ਮੇਰੀ ਪੁਸਤਕ ਜੋ ਪੰਜਾਬੀ ਵਿੱਚ ਹੈ, ਉਸ ਦੇ ਵਿੱਚ ਉਸ ਨੂੰ ਪ੍ਰੇਮ ਦਾ ਨਾਮ ਦਿੱਤਾ ਗਿਆ ਹੈ, ਜੋ ਸਤਿਗੁਰਾਂ ਦਾ ਮਿੱਤਰ ਸੀ। ਸਮਾਂ ਬੜਾ ਕਠਿਨ, ਜਾਤ ਪਾਤ ਦਾ ਬਹੁਤ ਹੀ ਬੋਲਬਾਲਾ, ਛੋਟੀਆਂ ਜਾਤਾਂ ਕਹਾਉਣ ਵਾਲੇ ਜੋ ਲੋਕ ਕਹੇ ਜਾਂਦੇ ਸਨ, ਉਹਨਾਂ ਦੇ ਬੱਚਿਆਂ ਨੂੰ ਵੀ ਵੱਡੀ ਜਾਤ ਦੇ ਬੱਚਿਆਂ ਦੇ ਨਾਲ ਖੇਲਣ ਦੀ ਆਗਿਆ ਨਹੀਂ। ਕਾਂਸ਼ੀ ਦੇ ਵਿੱਚ ਸਤਿਗੁਰੂ ਰਵਿਦਾਸ ਬਚਪਨ ਤੋਂ ਜਦੋਂ ਬਾਹਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਖੇਲਣ ਜਾਂਦੇ ਤਾਂ ਉਹਨਾਂ ਦੇ ਵਿੱਚ ਕੁਝ ਗਿਣਤੀ ਵਿੱਚ ਜੋ ਬੱਚੇ ਖੇਡਦੇ ਸਨ ਇਕੱਠੇ ਹੋ ਕੇ, ਉਹਨਾਂ ਦੇ ਵਿੱਚ ਉੱਚੀਆਂ ਜਾਤਾਂ ਦੇ ਕਹਾਉਣ ਵਾਲੇ ਜੋ ਬੱਚੇ ਵੀ ਤੇ ਛੋਟੀਆਂ ਜਾਤਾਂ ਵਾਲੇ ਵੀ ਇਕੱਠੇ ਖੇਡਦੇ ਸਨ। ਜਿਵੇਂ ਜਿਵੇਂ ਮਾਤਾ ਪਿਤਾ ਨੂੰ ਪਤਾ ਲੱਗਦਾ ਕਿ ਸਾਡੇ ਬੱਚੇ ਰਵਿਦਾਸ ਮਹਾਰਾਜ ਜੀ ਦੇ ਨਾਲ 7-8 ਸਾਲ 10 ਸਾਲ ਦੀ ਉਮਰ ਦੇ ਬੱਚੇ ਖੇਡਦੇ ਹਨ, ਉਹਨਾਂ ਦੇ ਜੋ ਹਮ ਉਮਰ ਹਨ, ਤਾਂ ਮਾਂ-ਬਾਪ ਬੱਚਿਆਂ ਨੂੰ ਦਬਕ ਕੇ ਆਪਣੇ ਘਰਾਂ 'ਚ ਲੈ ਜਾਂਦੇ। ਕੁਝ ਬੱਚੇ ਤਾਂ ਹਟ ਜਾਂਦੇ ਖੇਡਣੋਂ, ਕੁਝ ਬੱਚੇ ਜੋ ਸਨ ਉਹ ਇੱਕਦਮ ਅਸਰ ਨਾ ਹੁੰਦਾ, ਪਰ ਆਖਰ ਮਾਂ-ਬਾਪ ਨੇ ਜਾਤ ਪਾਤ ਨੂੰ ਮੁੱਖ ਰੱਖਦਿਆਂ ਹੋਇਆ ਸਾਰੇ ਬੱਚੇ ਹਟਾ ਲਏ। ਪਰ ਇੱਕ ਪ੍ਰੇਮ ਨਾਮ ਦਾ ਜੋ ਬੱਚਾ ਸੀ, ਉਹ ਬੱਚਾ ਜੋ ਸੀ ਉਹ ਖੇਲਣੋਂ ਨਾ ਹਟਿਆ। ਮਾਂ-ਬਾਪ ਨੇ ਬੜਾ ਸਮਝਾਇਆ ਉਸ ਨੂੰ, ਸਮਝਾ ਕੇ ਜਦੋਂ ਥੱਕ ਗਏ ਤਾਂ ਦਬਕਿਆ ਵੀ, ਡਾਂਟਿਆ। ਬੱਚਾ, ਰਵਿਦਾਸ ਛੋਟੀ ਜਾਤ ਦਾ ਔਰ ਤੂੰ ਵੱਡੀ ਕੁਲ ਦਾ ਏ, ਤੂੰ ਪਿੱਟਿਆ ਜਾਏਗਾ। ਪਰ ਬੱਚੇ ਤੇ ਅਸਰ ਨਾ ਹੋਇਆ, ਕਿਉਂਕਿ ਜਦੋਂ ਪ੍ਰੀਤਾਂ ਲੱਗ ਜਾਂਦੀਆਂ ਹਨ ਫਿਰ ਇਹਨਾਂ ਚੀਜ਼ਾਂ ਦੀ ਕੋਈ ਮਹੱਤਤਾ ਨਹੀਂ ਰਹਿੰਦੀ ਹੈ। ਸਾਧ ਸੰਗਤ ਜੀ, ਅਜਿਹਾ ਹੀ ਹੋਇਆ। ਬਾਕੀ ਸਾਰੇ ਬੱਚੇ ਹਟ ਗਏ ਤੇ ਜੋ ਪ੍ਰੇਮ ਕੁਮਾਰ ਸੀ ਉਹ ਆਪਣੀ ਪ੍ਰੀਤ ਜਦੋਂ ਲਵਾਉਂਦਾ, ਹਰ ਰੋਜ਼ ਉਸੇ ਤਰ੍ਹਾਂ ਹੀ ਖੇਡਣ ਆ ਜਾਂਦਾ, ਤਾਂ ਜਦ ਮੁਹੱਲੇ ਦੇ ਦੂਸਰੇ ਮਾੜੀ ਸੋਚ ਵਾਲੇ ਜੋ ਪੰਡਿਤ ਬ੍ਰਾਹਮਣ ਸਨ, ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਇਹ ਰਵਿਦਾਸ ਨੂੰ
ਕਿਸੇ ਤਰੀਕੇ ਦੇ ਨਾਲ ਸਾਡੇ ਬੱਚਿਆਂ ਤੋਂ ਦੂਰ ਕਰਨ ਦੀ ਜ਼ਰੂਰਤ ਹੈ। ਤਾਂ ਉਹਨਾਂ ਨੇ ਪ੍ਰੇਮ ਦੇ ਪਿਤਾ ਜੀ ਨੂੰ ਸੱਦ ਕੇ ਕਿਹਾ, ਭਾਈ ਸਾਡੀ ਕੁੱਲ ਭੱਟੀ ਜਾਏਗੀ, ਇਹ ਪਵਿੱਤਰ ਕੁੱਲ ਹੈ, ਅਪਵਿੱਤਰ ਹੋ ਜਾਏਗੀ। ਤਾਂ ਪ੍ਰੇਮ ਦੇ ਪਿਤਾ ਜੀ ਨੇ ਫੇਰ ਜ਼ੋਰ ਲਾਇਆ, ਗੱਲ ਨਾ ਬਣੀ, ਪ੍ਰੀਤਾਂ ਨਾ ਟੁੱਟੀਆਂ, ਆਖਰ ਇਹ ਗੱਲ ਵੱਧ ਗਈ। ਉਹਨਾਂ ਮਾੜੀ ਸੋਚ ਵਾਲੇ ਪੰਡਤਾਂ ਬ੍ਰਾਹਮਣਾਂ ਦੀ ਵੀ ਇਹ ਸਲਾਹ ਸੀ ਕਿ ਕਿਸੇ ਤਰੀਕੇ ਦੇ ਨਾਲ ਜਾਂ ਤਾਂ ਪ੍ਰੇਮ ਹਟ ਜਾਏ ਤੇ ਜਾਂ ਫਿਰ ਐਸੀ ਸਜ਼ਾ ਇਸ ਨੂੰ ਦਿੱਤੀ ਜਾਏ ਕਿ ਅੱਗੋਂ ਤੋਂ ਕੋਈ ਵੀ ਐਸਾ ਉੱਚੀ ਕੁੱਲ ਦਾ ਜੋ ਬੰਦਾ ਹੈ ਉਹ ਛੋਟੀ ਕੁੱਲ ਨੂੰ ਸਜ਼ਾ ਮਿਲਦੀ ਹੋਈ ਦੇਖ ਕੇ ਜਾਂ ਉਸ ਬੱਚੇ ਨੂੰ ਸਜ਼ਾ ਮਿਲਦੀ ਹੋਈ ਦੇਖ ਕੇ ਗਾਂ ਕੋਈ ਹੌਸਲਾ ਨਾ ਕਰ ਸਕੇ ਕਿ ਛੋਟੀ ਕੁੱਲ ਦੇ ਨਾਲ ਕੋਈ ਰਿਸ਼ਤਾ ਕਾਇਮ ਰੱਖਿਆ ਜਾ ਸਕਦਾ ਹੈ। ਸਾਧ ਸੰਗਤ ਜੀ, ਪੰਚਾਇਤ ਹੋ ਗਈ ਹੈ। ਕਿਹਨਾਂ ਦੀ? ਉੱਚੀ ਕੁੱਲ ਦੇ ਅਖਵਾਉਣ ਵਾਲੇ ਜੋ ਪੰਡਤ ਸਨ। ਪ੍ਰੇਮ ਦੇ ਪਿਤਾ ਜੀ ਨੂੰ ਸਭਾ ਦੇ ਵਿੱਚ ਬੁਲਾ ਕੇ ਅਕਸਰ ਫਿਰ ਕਿਹਾ ਗਿਆ ਹੈ ਕਿ ਹਟਾ ਲਾ ਬੱਚੇ ਨੂੰ, ਨਹੀਂ ਤਾਂ ਭਾਈ ਤੇਰਾ ਬੜਾ ਨੁਕਸਾਨ ਹੋਏਗਾ। ਤਾਂ ਪ੍ਰੇਮ 2 ਹਫ਼ਤੇ ਉਸਦਾ ਪਿਤਾ ਜੋ ਮੰਗਦਾ ਹੈ ਕਿ 2 ਹਫ਼ਤੇ ਦਾ ਟਾਈਮ ਦਿਓ, ਮੈਂ ਫਿਰ ਕੋਸ਼ਿਸ਼ ਕਰਦਾ ਹਾਂ। 2 ਹਫ਼ਤੇ ਫਿਰ ਬੇਕਾਰ, ਕੋਈ ਅਸਰ ਨਹੀਂ ਹੁੰਦਾ ਹੈ। ਤਾਂ ਆਖਰ ਫਿਰ ਫੈਸਲਾ ਹੁੰਦਾ ਹੈ ਕਿ ਪ੍ਰੇਮ ਦੇ ਪਰਿਵਾਰ ਨੂੰ ਆਪਣੀ ਬਰਾਦਰੀ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਹੁਕਮ ਦਿੰਦੇ ਹਨ ਕਿ ਤੁਸੀਂ ਇਸ ਮੁਹੱਲੇ ਦੇ ਵਿੱਚੋਂ ਦੂਰ ਚਲੇ ਜਾਓ, ਤੁਹਾਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਹੋਰ ਕੋਈ ਚਾਰਾ ਨਹੀਂ ਸੀ, ਉਹਨਾਂ ਨੂੰ ਜਾਣਾ ਪੈ ਗਿਆ। ਉੱਥੋਂ ਦੂਰ ਦੂਸਰੇ ਮੁਹੱਲੇ 'ਚ ਕਿਤੇ ਚਲੇ ਗਏ ਕਾਂਸ਼ੀ ਦੇ। ਤੇ ਪੰਡਿਤ ਸਾਰੇ ਖੁਸ਼ ਹਨ। ਸਵੇਰ ਹੁੰਦੀ ਹੈ। ਸਾਧ ਸੰਗਤ ਜੀ, ਜਦੋਂ ਪ੍ਰੀਤਾਂ ਜੁੜੀਆਂ ਹੁੰਦੀਆਂ ਹਨ ਤਾਂ ਫਿਰ ਨਾ ਚਨਾ, ਨਾ ਮਾਰੂਥਲ, ਨਾ ਪਹਾੜ, ਕੋਈ ਵੀ ਰੁਕਾਵਟਾਂ ਨਹੀਂ ਬਣ ਸਕਦੀ। ਸਵੇਰਾ ਥੋੜਾ ਜਿਹਾ ਜਦੋਂ ਸੂਰਜ ਨਿਕਲਿਆ ਹੈ, ਦਿਨ ਚੜ੍ਹਿਆ ਹੈ, ਜਿੱਥੇ ਹਰ ਰੋਜ਼ ਪਹਿਲਾਂ ਖੇਡਦੇ ਸਨ ਪ੍ਰੇਮ ਤੇ ਰਵਿਦਾਸ ਮਹਾਰਾਜ ਜੀ, ਪੰਡਤ ਦੇਖਦੇ ਹਨ ਬੜੇ ਦੂਰ ਮੁਹੱਲੇ ਤੋਂ ਚੱਲ ਕੇ ਪ੍ਰੇਮ ਫੇਰ ਉੱਥੇ ਪਹੁੰਚ ਗਿਆ ਜਿਵੇਂ ਸੱਜਰੀ ਸਵੇਰ। ਬੜੇ ਹੈਰਾਨ ਹਨ, ਆਖਦੇ ਹਨ ਕਿ ਅਸੀਂ ਤਾਂ ਇਸ ਨੂੰ ਮੁਹੱਲੇ ਚੋਂ ਵੀ ਕੱਢ ਦਿੱਤਾ ਸੀ, ਡਰਾਵੇ ਵੀ ਦਿੱਤੇ, ਪਰ ਕੋਈ ਅਸਰ ਨਹੀਂ। ਬੜੇ ਸ਼ਰਮਸ਼ਾਰ ਵੀ ਹੁੰਦੇ ਹਨ, ਆਖਰ ਸੋਚਦੇ ਹਨ ਕਿ ਕੀ ਕੀਤਾ ਜਾਏ। ਉੱਥੇ ਫਿਰ ਸ਼ੈਤਾਨ ਜੋ ਹੈ ਉਹ ਸਦਾ ਹੀ ਸ਼ੈਤਾਨੀ ਦੀ ਗੱਲ ਕਰਦਾ ਹੈ। ਉਹਨਾਂ ਨੇ ਕੁਝ ਹਾਕਮ ਦੇ ਸਿਪਾਹੀ ਜੋ ਸਨ ਉੱਥੇ ਦੇ, ਉਸ ਨੂੰ ਕੁਝ ਸਿਪਾਹੀਆਂ ਨੂੰ ਗੱਠ ਲਿਆ ਹੈ ਨਾਲ ਤੇ ਚੱਕਤਾ ਹੈ ਕਿ ਇਹ ਜੋ ਪ੍ਰੇਮ ਹੈ ਇਸ ਨੂੰ ਸਬਕ ਸਿਖਾਉਣ ਦੀ ਲੋੜ ਹੈ। ਤੁਸੀਂ ਜਾਓ ਆਪਣੇ ਰਸੂਖ ਦੇ ਨਾਲ ਰਾਜੇ ਨੂੰ ਜਾ ਕੇ ਰਿਪੋਰਟ ਕਰੋ ਕਿ ਇਹ ਛੋਟੀ ਕੁੱਲ ਦਾ ਜੋ ਬੱਚਾ ਹੈ ਇਹ ਤਾਂ ਸਾਡਾ ਸਭ ਕੁਝ ਹੀ ਭ੍ਰਿਸ਼ਟ ਕਰੀ ਜਾਂਦਾ ਹੈ।
ਤਾਂ ਸਾਧ ਸੰਗਤ ਜੀ ਸਿਪਾਹੀਆਂ ਨੂੰ ਨਾਲ ਗੱਠ ਕੇ ਅੱਗੇ ਰਿਪੋਰਟ ਕਰ ਦਿੱਤੀ ਜਾਂਦੀ ਹੈ। ਹੋਰ ਗੱਲਾਂ ਨਾਲ ਲਗਾ ਲਈਆਂ ਹਨ। ਆਖਰ ਕਾਂਚੀ ਦੇ ਜੋ ਹਾਕਮ ਸਨ, ਉਹਨਾਂ ਨੇ ਫਿਰ ਸੋਚਿਆ, ਪੰਡਤਾਂ ਨੂੰ ਬੁਲਾਇਆ ਹੈ, ਗੱਲ ਕੀਤੀ ਹੈ, ਤਾਂ ਪੰਡਤ ਉਹਨੂੰ ਵੀ ਚੱਕ ਦਿੰਦੇ ਹਨ ਕਿ ਐਸਾ ਕਰੋ ਕਿ ਇੱਕ ਮਿਸਾਲ ਪੈਦਾ ਹੋ ਜਾਏ ਅਤੇ ਗਾਂ ਤੋਂ ਵੀ ਕੋਈ ਐਸਾ ਬੱਚਾ ਐਸਾ ਕਦਮ ਨਾ ਚੁੱਕ ਸਕੇ। ਤਾਂ ਕੀ ਸਕੀਮ ਕੀ ਬਣਾਈ ਹੈ ਕਿ ਇਹ ਜੋ ਮੰਨਿਆ ਨਹੀਂ ਹੈ ਨਾ ਪ੍ਰੇਮ, ਢੰਡੋਰੀ ਪੈਟ ਦਿੱਤੀ ਜਾਏ ਕਿ ਇਸ ਦਿਨ ਨੂੰ ਜੇਕਰ ਪ੍ਰੇਮ ਨਾ ਮੰਨਿਆ ਤਾਂ ਉਸ ਨੂੰ ਭੁੱਖੇ ਸ਼ੇਰ ਦੇ ਮੂਹਰੇ ਸਿੱਟ ਦਿੱਤਾ ਜਾਏਗਾ। ਭੁੱਖਾ ਸ਼ੇਰ ਚਾਰੇ ਪਾਸੇ ਢੋਲ ਵਜਾ ਕੇ, ਉਸ ਟਾਈਮ ਤੇ ਰਿਵਾਜ ਸੀ ਇਹ ਡੋਂਡੀ ਪਿੱਟੀ ਜਾਂਦੀ ਸੀ, ਢੋਲੀ ਖੜੇ ਹੋ ਕੇ ਮੁਹੱਲਿਆਂ ਦੇ ਵਿੱਚ ਡੋਂਡੀ ਪਿੱਟ ਰਹੇ ਹਨ ਕਿ ਇੱਕ ਲੜਕੇ ਨੂੰ ਐਸੀ ਸਜ਼ਾ ਮਿਲਣੀ ਹੈ ਔਰ ਇਸ ਦਿਨ ਮਿਲਣੀ ਹੈ, ਭੁੱਖੇ ਸ਼ੇਰ ਦੇ ਮੂਹਰੇ ਸਿੱਟਿਆ ਜਾਏਗਾ, ਕਿਉਂਕਿ ਉਸਨੇ ਸਾਡੀ ਕੁਲ ਦਾ ਨਾਮ ਨੀਚਾ ਕੀਤਾ ਹੈ। ਸਾਧ ਸੰਗਤ ਜੀ, ਦਿਨ ਲੰਘਦੇ ਗਏ। ਜੋ ਦਿਨ ਨਿਯੁਕਤ ਕੀਤਾ ਹੋਇਆ ਸੀ, ਉਸ ਦਿਨ ਨੂੰ ਬੜੀ ਹੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਹਨ। ਉਹਨਾਂ ਦੇ ਵਿੱਚੋਂ ਬਹੁਤ ਲੋਕ ਤਾਂ ਤਮਾਸ਼ਾ ਦੇਖਣ ਆਏ ਹਨ, ਸ਼ੇਰ ਦੇਖਣ ਆਏ, ਕਿਉਂਕਿ ਸ਼ੇਰ ਬਹੁਤ ਲੋਕਾਂ ਨੇ ਦੇਖਿਆ ਨਹੀਂ ਹੁੰਦਾ। ਕੁਝ ਦੇਖਣ ਆਏ ਹਨ ਤਮਾਸ਼ਾ ਕਿ ਸ਼ੇਰ ਬੱਚੇ ਨੂੰ ਖਾਂਦਾ ਕਿਵੇਂ ਹੈ। ਕੁਝ ਅਜਿਹੇ ਵੀ ਹਨ ਜੋ ਦੇਖਣ ਆਏ ਹਨ ਕਿ ਇਹ ਸਜ਼ਾ ਜੋ ਬੜੀ ਜਾਇਜ਼ ਹੈ ਔਰ ਅਸੀਂ ਦੇਖਾਂਗੇ ਤਾਂ ਅਸੀਂ ਬੱਚਿਆਂ ਨੂੰ ਦੱਸਾਂਗੇ ਗਾਂ ਕਿ ਬੱਚਿਓ ਬੰਦੇ ਬਣ ਜਾਓ, ਜੇ ਨੀਚੀ ਜਾਤ ਵਾਲਿਆਂ ਨਾਲ ਖੇਲੇ ਤਾਂ ਆਹ ਹੀ ਹਾਲ ਤੁਹਾਡਾ ਹੋਏਗਾ। ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਵਾਲੇ ਲੋਕ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਹਨ। ਪ੍ਰੇਮ ਨੂੰ ਲੈ ਆਂਦਾ ਹੈ। ਬੜੀ ਇੱਕ ਅਜਿਹੀ ਜਗ੍ਹਾ ਚੁਣੀ ਗਈ ਹੈ, ਆਲੇ ਦੁਆਲੇ ਦਾਇਰਾ ਬਣ ਕੇ ਲੋਕ ਖੜੇ ਹਨ। 3 ਦਿਨ ਦਾ ਭੁੱਖਾ ਸ਼ੇਰ ਪਿੰਜਰੇ ਦੇ ਵਿੱਚ ਬੰਦ ਕੀਤਾ ਹੈ ਅਤੇ ਅਖਾੜੇ ਦੇ ਵਿੱਚ ਲਿਆ ਕੇ ਸ਼ੇਰ ਰੱਖ ਦਿੱਤਾ ਗਿਆ ਹੈ। ਭੁੱਖਾ ਸ਼ੇਰ, ਮੂੰਹ ਦੇ ਵਿੱਚੋਂ ਜਿਵੇਂ ਅੱਗ ਨਿਕਲਦੀ ਹੈ, ਇੰਨਾ ਖਤਰਨਾਕ ਸ਼ੇਰ। ਲੱਗਦਾ ਹੈ ਕਿ ਜੇ ਅਜਿਹਾ ਸ਼ੇਰ ਕਿਤੇ ਖੁੱਲ ਜਾਵੇ ਤਾਂ ਸੈਂਕੜੇ ਲੋਕਾਂ ਨੂੰ ਮਾਰ ਸਕਦਾ ਹੈ। ਬੜਾ ਹੀ ਖਤਰਨਾਕ ਸ਼ੇਰ। ਦੂਜਾ ਭੁੱਖਾ। ਸਾਧ ਸੰਗਤ ਜੀ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਕੋਈ ਕੁਝ ਆਖਦਾ ਹੈ, ਕੋਈ ਕੁਝ ਆਖਦਾ ਹੈ। ਬਸ ਕੁਝ ਕਹਿ ਰਹੇ ਹਨ, 2 ਪਲ ਹੋਰ ਹਨ, ਦੇਖਿਓ ਸ਼ੇਰ ਕੀ ਹਾਲਤ ਕਰਦਾ ਹੈ। ਸਭ ਦੀਆਂ ਨਿਗਾਹ ਟਿਕਟਿਕੀ ਲਗਾ ਕੇ ਲੱਗੀਆਂ ਹਨ। ਇੱਕ ਹੋਰ ਪਿੰਜਰਾ ਆਇਆ ਹੈ ਜਿਸ ਦੇ ਵਿੱਚ ਪ੍ਰੇਮ ਨੂੰ ਬੰਦ ਕੀਤਾ ਹੋਇਆ ਹੈ। ਉਹ ਬੰਦ ਕਿਉਂ ਕੀਤਾ ਹੈ? ਉਹਨਾਂ ਨੂੰ ਪਤਾ ਸੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਚਪਨ ਤੋਂ ਹੀ ਐਸੀ ਕਲਾ ਵਰਤਾਉਂਦੇ ਆ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਕਈ ਵਾਰੀ ਕੌਤਕ ਵੀ ਕਹਿ ਦਿੱਤਾ ਜਾਂਦਾ ਹੈ ਔਰ ਕਈ ਲੋਕ ਅਜਿਹੀਆਂ ਗੱਲਾਂ ਤੇ ਬਹਿਸ ਵੀ ਕਰਦੇ ਹਨ ਕਿ ਇਹ ਗੱਲਾਂ ਸੱਚੀਆਂ ਨਹੀਂ ਹਨ, ਬਣਾਈਆਂ ਹੋਈਆਂ ਹਨ।
साध संगत जी, ये कोई जादू नहीं है। गुरु दे विच हर शक्ति मौजूद होंदी है। सतगुर मेरा सर्ब प्रतिपाले, सतगुर मेरा मार जी वाले। वो सतगुर ही कहदा जिहड़ा किसी दी पालना नहीं कर सकता, उसदे कोल इन्नी शक्ति है कि वो मरे नूं जींदा कर सकता है। पालना करनी बहुत छोटी गल है। पर पंडितां नूं डर सी कि यह रविदास जो है ये कोई ऐसा जादू ना करदा है कि अपने दोस्त की रक्षा करदा होया उसनूं बचा लै, किसी भी हालत दे विच वो प्रेम नूं सजा देण दे हक दे विच सी। हुण दो पिंजरे हन, एक शेर दा है, एक प्रेम दा है। पिंजरे नज़दीक ले आंदे हन अते आपस विच जोड़ दिते हन। विच जो दरवाजे हन वो जदों दरवाजे हटाउणे हन तो शेर ने आराम दे नाल जाके प्रेम नूं उहदे पिंजरे विच खा लेना है। साध संगत जी, बहुत ही लोग साह रोक के खड़े हन कि की होना है। आखिर बार प्रेम नूं फिर पूछा गया है कि प्रेम अजे भी तू मन जा, अजे भी तू रविदास दा खेड़ा छड़ दे, चंगा रहेगा, तेरी जान बख्शी जाती है। पर प्रेम ने यह गल सुन के अपने नेत्र जो हन, अखां जो हन, बंद कर लिया हैं। साध संगत जी, ध्यान कित्थे है? आखदे हन साची प्रीत हम तुम स्यों जोड़ी, साची प्रीत हम तुम स्यों जोड़ी, तुम स्यों जोर अवर संग तो। यह प्रेम दे दिमाग और दिल, तन मन दे विच चल रही है गल कि मेरे प्रीतम, मेरे प्यारे मित्र, मेरे रब, मेरा होर दुनिया ते होर कोई नहीं है। तेरे नाल प्रीत लगा लई है ते दुनिया नूं तोड़ लई है। हुण मरण जम्मण दीयां गल्लां बातां खत्म हो गई हैं ते ओहदा जवाब प्रेम दा सब नूं मिल गया है कि ये नहीं मन्नेगा। पंडित आखदे नहीं नहीं नहीं, ये नहीं मनना। होर साडी बेइज्जती होवे ते हुण अपना कामकार शेर वाला शुरू कर दिता जाए। फिर दो चार फिर भी कोशिशां होईयां हन पर असफल। हुक्म हो गया है कि हुण इदां करो, पिंजरे जुड़े हुए हैं, बिच वाला जो पर्दा है शेर दे और प्रेम दे जो दीवार है हटा दी जाए। पब्बां भर लोग होके देख रहे हैं। दो चार तरस खाने वाले भी सगे जिहड़े आखदे हन कि बच्चे का की बनेगा। भुखा शेर जो है इस ते एक बुरकी भी नहीं इनू आनी, पाड़ के रख लेगा। हुक्म हो गया है कि चक दो दरवाजे। ज्यों हुक्म मन के
कर्मचारियों ने दरवाजा खोल दिता है तो प्रेम अपने नेत्र बंद करके अपने प्यारे मित्र दे नाल जुड़िया होया उस दे नाल एक हो गया है। आखिर शेर ने अंगड़ाई लई है तो कई आखते हैं गया बई हुण पाड़ देगा, हुण खा लेगा, कोई आखदा है खिंच लेगा, कोई आखदा है पंजा मारेगा। अपने अपने अंदाजे सारे लगा रहे हैं। तो शेर दूजे पिंजरे वाल नूं जांदा है, अपने पिंजरे तो जो रास्ता खुला है प्रेम वाले पिंजरे दे विच जा वड़िया है। बस रुके हुए साह अगली कार्रवाई दी अपने वालों ही कई तरह की फिल्म चला रहे हैं। शेर प्रेम दे कोल जांदा है अते खड़ जांदा है, उसदे नेत्र बंद हैं। हुण कई लोग सोचते हैं कि पहला देखेगा सूंघेगा। शेर की आदत है, उसके विच गुण हुंदा है कि वो बहुत ही दूरों किसी चीज़ नूं भी सूंघण की शक्ति रखता है। कोई कुछ कह रहा है। शेर ने उसदे कोल जाके जिथे प्रेम दे पैर हैं उन्होंने चटना शुरू कर दिता है। वाह बे वाह। शेर पहले इन्हू चटेगा, साफ करेगा, फिर खाएगा। कईयों का अंदाजा है नहीं, ये पहला पैरों तो खाना शुरू करेगा। नहीं 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 नहीं, ये पैरों तो खिंच के ले जाएगा अपने पिंजरे च। कोई कुछ बखरी बखरी सारिया दी सोच है। पर प्रेम दे पैर चट्टण तो बाद च शेर ने अपना सिर जो है प्रेम दे चरणों दे विच रख दिता है। सारे बड़े हैरान, इदा हैरान हो गए हैं ये की हो गया, कमाल दी गल है। कई शरारती अजे भी कुछ न कुछ ऊल जलूल जिहियां गल्लां सोच सोच के सच्चे हो रहे हैं। ते प्रेम ने अपना हाथ चकिया है ते शेर दे सिर ते रख के उहदे उत्ते हाथ जो है प्यार दे नाल फेरन लग पिया है। जो देखदा है प्रेम, जदों उसका थोड़ा जिहा ध्यान पिछे जाता है तो पिछले पासे सतगुरु रविदास जी पिंजरे दे विच खड़े हैं। मेरे मालका अज तू कित्थे प्रीत निभाउण आ गया है। हुण मैनू शेर दा भी कोई डर नहीं। एक की लखां शेर कुछ भी आ जाए, चाहे कुछ भी हो जाए, हुण तेरी प्रीत जो है पहला मैंने सी छड्डनी ते हुण तां गल ही बखरी हो गई। तेरी प्रीत नहीं छड्डूंगा चाहे कुछ भी हो जाए। सतगुरु रविदास का हथ प्रेम दे सिर ते प्रेम दा हथ शेर दे सिर। साध संगत जी, ऐसा दृश्य देख के जो तमाशाबीन लोग उथे
बने हुए सन। कई तो हौली हौली खिसकण लग पे, जो पंडित जो सजा दवाउणी चाहुंदे सन। कहंदे ये तो शेर ते भी जादू कर दिता, ये सब जादूगर रविदास दी कोई ऐसी कोई गलबात है जिसने जादू किया है। असी इस नूं फिर भी नहीं छड्डना। कोई नहीं, हुण जे निकल गया अड़िके चों असीं कल नूं लै लांगे। फिर रविदास महाराज जी दी ऐसिया बख्शिशां नूं देख के कई उन्होंने बचपन तो ही जादूगर कहना शुरू कर दिता सी, क्योंकि जिन्हां नूं इन्हां चीज़ां दी समझ नहीं है वो बख्शिशां नूं जादू आखदे हैं। पर सतगुरां नूं समझना ये बड़े भागां वाली गल है। कुछ लोग खड़े हैं कि शायद शेर दी हुण रुचि बदल जाए ते अपना काम तमाम करूगा, पर वो मूँह चों अग कड्ढण वाला शेर जो है हुण शांत जिद्दां प्रेम ने ही पालिया हुंदा है, इस तरह उहदे कोल है बैठा ते कदी कदी सिर चक के बाहर नूं देख लैंदा है कि जे कोई प्रेम नाल कोई ऐसी करेगा तो मैं प्रेम की रख्या करांगा। साध संगत जी, शेर ने खाना तक की, शेर अज उसका रखवाला बन गया है। पिछे सतगुरु रविदास महाराज जी किरपा दी बरसात ऐसी कर रहे हैं कि प्रेम के नेत्रां चों प्यार दे हंझू, वैराग दे हंझू, मुहब्बतां दे हंझू नेत्रां चों नदियां बहा रहे। साध संगत जी, आखिर नतीजा की होया? वो झूठे लोग जो सन वो अपने हथियार सुट दिंदे हन। इत्थे कुछ नूं समझ भी आ जाती है, धन सतगुरु रविदास, धन सतगुरु रविदास गुरु साहब जी दे मरीद हो जाते हैं। क्योंकि जिन्होंने अकल हुंदी है, जिन्होंने सोझी हुंदी है, जिन्हों के भाग जागते हैं, जिन्हों ते गुरु की कृपा हुंदी है, जिन्हों ने अकाल पुरख दे नाल जुड़ना हुंदा है, जिन्हों ने जीवन सफल करना है, उन्हों दे विचली जो दीवार है, कब सचियारा होइए कब कूड़े टुटे पाल, वो जो दीवार है टुट जाती है। हुक्म रजाई चलना नानक लिखिया नाल, वो फिर जो हुक्म है अकाल पुरख का वो मन लेंदे हन अते उन्हां दा जन्म जो है 84 लाख की जून दे विचों निकल जाता है। साध संगत जी, अजिहा ही होया जिन्हां दे चंगे भाग चरनी पै गए, जिन्हां दी किस्मत माड़ी, दिल च मैल उदां ही रह गई, धो नहीं हुई, जिन्हां दे माड़े भाग अंदर तूफान लैके, अंदर मैल लैके घरां नूं चले गए। अक्सर हाकम ने हुक्म दिता है कि फड़ लो इन्हां नूं जिन्हां ने ऐसी गलबात की है, सच नूं दबाउण दी कोशिश की है, पर भीड़ दे विच दी इधर उधर दी हो के सारे धोतियां लपेटते भज जाते हैं। प्रेम नूं पिंजरे दे विचों कढ़िया गया है, शेर नूं परे लिजाया गया है। जिहड़े लोग अज ये कौतक देखना चाहते सन, सजा देनी चाहते सन, जिन्हां दे भाग जागे हैं, वो प्रेम दे पैरी पै गए हैं, माफिया मंगते हैं। सारिਆਂ ਨੂੰ ਇਹ भी पता है कि ਕਰਨ करावन वाला कौन है। साध संगत जी, सतगुरु रविदास महाराज जी की चारे पासे जय जयकार होने लग पई है।
जो हाकम है वो भी मुरीद हो गया है और हुक्म करता है कि अज तो बाद जे किसी ने रविदास नूं तंग किया, भाई फिर आ शेर मेरे कोल ही है, फिर ਉਹਨੂੰ ਬੰਦ ਕਰਾਂਗਾ ਪਿੰਜਰੇ ਦੇ ਵਿੱਚ, ਫਿਰ ਦੇਖਾਂਗਾ ਉਹਨੂੰ ਕੌਣ ਬਚਾਉਂਦਾ ਹੈ। ਉਹ ਭੱਜਣ ਵਾਲੇ ਭੱਜ ਗਏ ਹਨ ਤੇ ਜਿਨ੍ਹਾਂ ਦੇ ਅੰਦਰ ਜੋਤ ਜਗ ਪਈ ਹੈ ਉਹ ਰੋਸ਼ਨੀ ਦੇ ਨਾਲ ਨਵਾਂ ਰਸਤਾ ਉਹਨਾਂ ਨੂੰ ਮਿਲ ਜਾਂਦਾ ਹੈ ਅਤੇ ਜੀਵਨ ਸਫਲ ਕਰਦੇ ਹਨ। ਸਾਧ ਸੰਗਤ ਜੀ, ਐਸੀ ਪ੍ਰੀਤ ਜਿਸ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਜੋੜ ਲਈ ਹੈ, ਉਸ ਨੂੰ ਦੁਨਿਆਵੀ ਸ਼ੇਰ ਜੋ ਹੈ ਉਹ ਖਾਣ ਦੀ ਜਗ੍ਹਾ ਤੇ ਉਸ ਦੀ ਰੱਖਿਆ ਕਰੇਗਾ। ਅਸੀਂ ਪ੍ਰੀਤਾਂ ਜੋੜਨੀਆਂ ਹਨ। ਸਾਧ ਸੰਗਤ ਜੀ, ਜਾਗਣ ਦੀ ਲੋੜ ਹੈ। ਕੌਮ ਦੀ ਗਿਣਤੀ 39 ਕਰੋੜ ਦੇ ਨਜ਼ਦੀਕ ਹੈ, ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਇੰਨੀਆਂ ਵੱਡੀਆਂ ਰਹਿਮਤਾਂ ਕੀਤੀਆਂ ਹਨ, ਇਕੱਲੇ ਹੀ ਜੋ ਮਹਾਰਾਜੇ ਸਨ ਉਹਨਾਂ ਦੇ ਨਾਲ ਐਸਾ ਯੁੱਧ ਕੀਤਾ ਹੈ ਬਿਨਾਂ ਹਥਿਆਰਾਂ ਤੋਂ ਕਿ ਉਹਨਾਂ ਨੇ ਆਪਣਾ ਸਿੰਘਾਸਨ ਜੋ ਰਾਜਿਆਂ ਨੇ ਉਹ ਰਵਿਦਾਸ ਮਹਾਰਾਜ ਜੀ ਨੂੰ ਸੌਂਪ ਦਿੱਤਾ ਹੈ ਕਿ ਆਪ ਚਰਨਾਂ ਵਿੱਚ ਬੈਠ ਗਏ ਹਨ। ਤੇ ਸਤਿਗੁਰੂ ਮਹਾਰਾਜ ਤੁਹਾਡੀ ਰੱਖਿਆ ਕਿਵੇਂ ਨਹੀਂ ਕਰ ਸਕਦੇ? ਤੁਹਾਡੇ ਕੋਲ ਜੋ ਕਮੀਆਂ ਹਨ, ਸਾਡੇ ਕੋਲ ਜੋ ਕਮੀਆਂ ਹਨ, ਦੁਨੀਆ ਕੋਲ ਜੋ ਕਮੀਆਂ ਹਨ, ਉਹਨਾਂ ਨੂੰ ਦੂਰ ਕਰਨਾ ਹੈ, ਸਤਿਗੁਰੂ ਦਾ ਪੱਲਾ ਫੜਨਾ ਹੈ। ਤੁਸੀਂ ਹਿੰਦੁਸਤਾਨ ਦੇ ਰਾਜੇ ਸੀ ਔਰ ਆਉਣ ਵਾਲਾ ਸਮਾਂ ਜੋ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਕਲਪ ਬੇਗਮਪੁਰਾ ਜੋ ਹੈ ਉਹ ਵਸਾਉਣਾ ਹੈ। ਜ਼ਰੂਰਤ ਹੈ ਸੱਚਾਈ ਦੇ ਨਾਲ ਖੜਨ ਦੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪੱਲਾ ਫੜਨ ਦੀ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੀ ਬਾਣੀ, ਉਹਨਾਂ ਦੇ ਰਸਤੇ ਸਮਝਣ ਦੀ ਲੋੜ ਹੈ। ਸਾਧ ਸੰਗਤ ਜੀ, ਸੋ ਇਹੋ ਮੇਰੀ ਅਰਜ਼ ਹੈ। ਇਸ ਦੇ ਵਿੱਚ ਸਾਨੂੰ ਜਾਤਾਂ ਪਾਤਾਂ ਤੋਂ ਬਹੁਤ ਉੱਪਰ ਉੱਠ ਕੇ ਸੰਘਰਸ਼ ਔਰ ਗੁਰੂ ਦਾ ਰਾਹ ਪਕੜਨ ਦੀ ਲੋੜ ਹੈ। ਜਿਵੇਂ ਵੀ ਕਿਸੇ ਕੋਲ ਸੰਭਵ ਹੁੰਦਾ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਜੁੜੋ ਅਤੇ ਅਸੀਂ ਕੋਈ ਇੱਟ ਚੱਕੇ, ਕੋਈ ਬਾਲਟੀ ਚੱਕੇ, ਕੋਈ ਲੋਹਾਂਡਾ ਚੱਕੇ, ਕੋਈ ਸੀਮੈਂਟ ਰਲਾਵੇ, ਕੋਈ ਬਜਰੀ ਰਲਾਵੇ, ਕੋਈ ਮਿੱਟੀ ਲਿਆਵੇ, ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਬੇਗਮਪੁਰੇ ਦਾ ਉਹ ਜੋ ਇਲਾਕਾ ਹੈ ਉਸ ਦੇ ਉੱਤੇ ਇੱਕ ਐਸਾ ਮਹਿਲ ਉਸਾਰਿਆ ਜਾਏ ਕਿ ਵਾਹ, ऐसा चाहूं राज में जहां मिले सबन को अन्न, छोट बड़ प्रसन्न रहे, सब सम बसे रविदास रहे प्रसन्न। सतगुर दा जो संकल्प है, हर एक नूं अन्न मिले, हर एक नूं रोटी मिले, कोई दुखी ना होवे, बेगम गमां तो बगैर वो देश सतगुर दा देश है। आपां मिल के वसाउणा है, अपनी अपनी जो सेवा विच पाउणी है। इन्ना ही आखदा होया दास सरदार दविंदर सिंह हॉलैंड तो
ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਐਸੀਆਂ ਲੜੀਆਂ ਜੋ ਹਨ ਅਸੀਂ ਪ੍ਰਸਾਰਿਤ ਕਰਦੇ ਰਹਾਂਗੇ ਔਰ ਸੁਣ ਕੇ ਸਤਿਗੁਰ ਦਾ ਉਪਦੇਸ਼ ਸਾਡਾ ਆਪਣਾ ਕੁਝ ਨਹੀਂ ਹੈ, ਸਤਿਗੁਰ ਦਾ ਹੈ। ਉਹਨਾਂ ਨੂੰ ਜੀਵਨ ਦੇ ਵਿੱਚ ਆਪਣੇ ਅੰਗ ਸਮਝਣਾ ਹੈ, ਉਸ ਤੇ ਚੱਲਣਾ ਹੈ। ਉਹ ਦਿਨ ਦੂਰ ਨਹੀਂ ਹੈ ਜਦ ਸਤਿਗੁਰ ਦਾ ਸੰਕਲਪ ਜੋ ਪੂਰਾ ਹੋਏਗਾ ਅਤੇ ਜੋ ਕੌਮਾਂ ਹਨ ਜਿਨ੍ਹਾਂ ਵਾਸਤੇ ਸਤਿਗੁਰ ਨੇ ਅਵਤਾਰ ਧਾਰਿਆ ਹੈ, ਉਹਨਾਂ ਨੂੰ ਉਹ ਜ਼ਿੰਦਗੀ ਮਿਲੇਗੀ ਜਿਹੜੀ ਬੇਗਮ ਗਮਾਂ ਤੋਂ ਬਗੈਰ ਹੋਵੇ। ਮੇਰਾ ਟੈਲੀਫੋਨ ਹੈ 003165523439। ਪੰਜਾਬੀ ਚ ਆਖਾਂ 00316155234339। ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ ਹੋਵੇ, ਹਾਲੈਂਡ ਦੇਸ਼ ਦਾ ਮੈਂ ਨਿਵਾਸੀ ਹਾਂ ਅਤੇ ਸਤਿਗੁਰ ਦਾ ਜਿੰਨਾ ਕੁ ਉਹ ਸ਼ਕਤੀ ਬਖਸ਼ਣ ਉਸ ਤੋਂ ਵੱਧ ਸੇਵਾ ਕਰਨ ਦੀ ਸਤਿਗੁਰ ਦੀ ਰਹਿਮਤ ਹੋਵੇ ਤਾਂ ਕੀਤੀ ਜਾ ਸਕਦੀ ਹੈ। ਸੋ ਸਾਧ ਸੰਗਤ ਜੀ, ਆਪ ਜੀ ਦਾ ਧੰਨਵਾਦ, ਕੋਟਨ ਕੋਟ ਧੰਨਵਾਦ। ਇਹ ਜੋ ਸੇਵਾ ਅਸੀਂ ਆਰੰਭ ਕੀਤੀ ਹੈ ਵੀਡੀਓ ਨਾਲ, ਇਸ ਨੂੰ ਅੱਗੇ ਤੋਂ ਅੱਗੇ ਹੋਰ ਲੋਕਾਂ ਨੂੰ ਸ਼ੇਅਰ ਕੀਤਾ ਜਾਵੇ ਤਾਂ ਜੋ ਕੁਝ ਨਾ ਕੁਝ ਸਾਡਾ ਮਕਸਦ ਜੋ ਹੈ ਸੇਵਾ ਦਾ ਪੂਰਾ ਹੋ ਸਕੇ ਔਰ ਹੋਰ ਸਾਡਾ ਕੋਈ ਮਕਸਦ ਨਹੀਂ ਹੈ, ਸਿਰਫ ਸੇਵਾ ਅਤੇ ਪ੍ਰਚਾਰ ਤੇ ਕੌਮ ਨੂੰ ਸੇਧ। ਇਹੋ ਸਾਡੇ ਜੋ ਬੇਨਤੀਆਂ ਹਨ ਉਹਨਾਂ ਨੂੰ ਤੁਸੀਂ ਸਵੀਕਾਰ ਕਰਨਾ। ਤੁਹਾਡਾ ਲੱਖ ਲੱਖ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਧੰਨ ਗੁਰਦੇਵ। ਹੋ ਸਕਦਾ ਹੈ ਕੁਝ ਵੀਡੀਓ ਮੈਂ ਹਿੰਦੀ 'ਚ ਵੀ ਬੋਲ ਕੇ ਪਾਵਾਂ, ਕਿਉਂਕਿ ਸਾਡੇ ਨਾਲ ਫੇਸਬੁੱਕ 'ਤੇ ਜੋ ਹਿੰਦੀ 'ਚ ਜੁੜੇ ਹਨ ਉਹ ਮੇਰਾ ਖਿਆਲ ਹੈ ਕਿ 75% ਹਿੰਦੀ ਦੇ ਲੋਕ ਹਨ, ਸ਼ਾਇਦ ਦੂਸਰੀਆਂ ਸਟੇਟਾਂ ਤੋਂ ਹਨ, ਅਤੇ ਪੰਜਾਬੀ ਸਾਡੇ ਵੀਰ ਸਾਡੇ ਕੋਲ 25% ਜਾਂ 30-35% ਹੋਣਗੇ। ਸੋ ਅਜਿਹਾ ਨਾ ਸਮਝਣਾ ਕਿ ਕੌਣ ਹਿੰਦੀ ਬੋਲਣ ਲੱਗ ਪਿਆ ਹੈ, ਫਲਾਨਾ ਧਮਕੜਾ ਹੈ ਜਾਂ ਕੀ ਹੈ। ਉਹ ਸਾਡਾ ਮਤਲਬ ਹੈ ਕਿ ਸ਼ਾਇਦ ਉਹ ਲੋਕ ਪੰਜਾਬੀ ਨਹੀਂ ਸਮਝਦੇ। ਹੋ ਸਕਦਾ ਅਗਲੀ ਵੀਡੀਓ ਜਿਹੜੀ ਮੇਰੀ ਹਿੰਦੀ 'ਚ ਹੋਵੇ, ਤਾਂ ਸਾਡਾ ਇਹ ਹੀ ਮਕਸਦ ਹੈ। ਓਕੇ ਜੀ, ਬੜੀ ਮਿਹਰਬਾਨੀ, ਦੇਖਦੇ ਰਹਿਣਾ। ਬਹੁਤ ਬਹੁਤ ਧੰਨਵਾਦ ਜੀ।